ਢੀਂਡਸਾ ਸਾਹਿਬ ਜੋ ਨੇ ਸੁਖਦੇਵ ਸਿੰਘ ਢੀਂਡਸਾ ਆਪਣੇ ਬੇਟੇ ਨੂੰ ਪੁੱਤਰ ਮੋਹ ਦੇ ਵਿੱਚ ਨੇ ਤੇ ਆਪਣੇ ਬੇਟੇ ਨੂੰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ। ਇਹ ਤਾਂ ਜਿਵੇਂ ਕਹਿੰਦੇ ਨੇ ਉਹੀ ਗੱਲ ਹੈ ਵੀ ਆਪਾਂ ਹਜੇ ਪਿੰਡ ਤਾਂ ਬਸਿਆ ਨਹੀਂ ਮੰਗਤੇ ਪਹਿਲਾਂ ਆਉਣ ਵਾਲੀ ਗੱਲ ਹੋ ਗਈ। ਸੀਐਮ ਸਾਹਿਬ ਨੂੰ ਜੇ ਰੈਵਨਿਊ ਉਹ ਬਚਾਉਣਾ ਚਾਹੁੰਦੇ ਸੀ ਜਾਂ ਪੰਜਾਬ ਦਾ ਤਾਂ ਉਹਨਾਂ ਨੂੰ ਪਹਿਲਾਂ ਜਿਹੜੀ 2 ਨੰਬਰ ਦੀ ਫਿਕਰ ਸੀ ਇਹ ਤੇ ਰੋਕ ਲਾਉਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਿਹਾ ਜਾ ਰਿਹਾ ਅਸੀਂ ਹਰ ਇੱਕ ਕੁਰਬਾਨੀ ਦੇਵਾਂਗੇ, ਚਾਹੇ ਉਹ ਕੁਰਸੀ ਹੋਵੇ ਕੁਝ ਵੀ ਹੋਵੇ, ਕਿਸਾਨਾਂ ਲਈ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਕੁਰਬਾਨੀ ਦਾ ਸ਼ਾਇਦ ਮਤਲਬ ਇਹ ਸੀਗੇ ਵੀ ਪੰਜਾਬ ਦੀ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਹਾਂ। ਲੁਧਿਆਣਾ ਵਿਖੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ, ਪਰ ਉੱਥੇ ਬ੍ਰਹਮਪੁਰਾ ਸਾਹਿਬ ਦੀ ਜੋ ਗੈਰ ਹਾਜ਼ਰੀ ਸੀ ਉਸਨੇ ਕਈ ਸਵਾਲ ਖੜੇ ਕੀਤੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਉਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਤੇ ਸਵਾਲ ਪੁੱਛਣ ਦੇ ਲਈ ਅਸੀਂ ਤੇ ਜਵਾਬ ਦੇਣ ਦੇ ਲਈ ਪਰਮਿੰਦਰ ਸਿੰਘ ਢੀਂਡਸਾ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਸਰ ਦ ਖਬਰਸਾਰ ਚੈਨਲ ਤੇ। ਧੰਨਵਾਦ ਅਮਨਦੀਪ ਜੀ। ਮੇਰਾ ਪਹਿਲਾ ਸਵਾਲ ਇਹੀ ਵੀ ਬ੍ਰਹਮਪੁਰਾ ਸਾਹਿਬ ਦੀ ਗੈਰ ਹਾਜ਼ਰੀ ਨੇ ਕਈ ਸਵਾਲ ਖੜੇ ਕੀਤੇ, ਮਤਲਬ ਉਹ ਖੁਦ ਨਹੀਂ ਆਏ, ਬੁਲਾਇਆ ਨਹੀਂ ਗਿਆ, ਮਾਮਲਾ ਕੀ ਸੀ? ਦੇਖੋ ਉਹਨਾਂ ਨੂੰ ਖੁਦ ਢੀਂਡਸਾ ਸਾਹਿਬ ਪਰਸਨਲੀ ਮਿਲ ਕੇ ਘਰੇ ਵੀ ਤੇ ਹਸਪੀਟਲ 'ਚ ਵੀ ਐਡਮਿਟ ਸੀ। ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹ ਉਸ ਕਾਨਫਰੰਸ ਦੇ ਵਿੱਚ ਹਿੱਸਾ ਬਣਨ, ਕਿਉਂਕਿ ਉਹ ਖੁੱਲ੍ਹਾ ਸੱਦਾ ਸੀ ਸਾਰੀਆਂ ਪੰਥਕ ਧਿਰਾਂ ਨੂੰ, ਖਾਸ ਤੌਰ 'ਤੇ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ ਜਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਤੋਂ ਚਿੰਤਤ ਨੇ, ਉਹ ਸਾਰੇ ਨੂੰ ਉੱਥੇ ਸੱਦਾ ਦਿੱਤਾ ਸੀ। ਕਿ ਕਿਸ ਕਾਰਨ ਨਹੀਂ ਆਏ, ਵੈਸੇ ਤਾਂ ਉਹ ਮੇਰੀ ਜਾਣਕਾਰੀ ਮੁਤਾਬਕ ਤਾਂ ਪੀਜੀ 'ਚ ਐਡਮਿਟ ਸੀ, ਪਰ ਉਹ ਤਾਂ ਬ੍ਰਹਮਪੁਰਾ ਸਾਹਿਬ ਦੱਸ ਸਕਦੇ ਨੇ। ਪਰ ਇਹ ਕੋਈ ਮਤਲਬ ਇਹ ਇੱਕ ਪਾਰਟੀਕੂਲਰ, ਕਿਉਂਕਿ ਪਾਰਟੀ ਤਾਂ ਅਸੀਂ ਗਠਿਤ ਕੀਤੀ ਨਹੀਂ ਸੀ ਪਹਿਲਾਂ, ਸੋ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੀ ਦਿੱਤਾ ਸੀਗਾ। ਤੇ ਅਸੀਂ ਚਾਹੁੰਦੇ ਵੀ ਸੀ ਵੀ ਬ੍ਰਹਮਪੁਰਾ ਸਾਹਿਬ, ਕਿਉਂਕਿ ਸਾਡੇ ਸੀਨੀਅਰ ਆਗੂ ਨੇ ਜੋ ਆਉਂਦੇ ਉੱਥੇ। ਤੇ ਹੋਰ ਜਿਹੜੇ ਉੱਥੇ ਲੀਡਰ ਸਾਹਿਬਾਨ ਉੱਥੇ ਪਹੁੰਚੇ ਸੀ, ਬ੍ਰਹਮਪੁਰਾ ਸਾਹਿਬ ਨੇ ਇਹ ਵੀ ਕਿਹਾ ਕਿ ਮੈਨੂੰ ਦੱਸ ਕੇ ਨਹੀਂ ਉੱਥੇ ਕੋਈ ਵੀ ਗਿਆ, ਤੇ ਇਸ ਕਰਕੇ ਥੋੜ੍ਹਾ ਜਿਹਾ ਨਾਰਾਜ਼ ਨਜ਼ਰ ਆਏ ਬ੍ਰਹਮਪੁਰਾ ਸਾਹਿਬ। ਦੇਖੋ ਮੈਨੂੰ ਵੀ ਜਾਪਦਾ ਜ਼ਰੂਰ ਉਹਨਾਂ ਨੂੰ ਇਹ ਮਹਿਸੂਸ ਹੋਇਆ, ਪਰ ਗੱਲ ਤਾਂ ਵੀ ਉਹ ਜਾਂ ਤਾਂ ਜਿਹੜੇ ਲੀਡਰ ਉੱਥੇ ਆਏ ਸੀ ਉਹਨਾਂ ਦੀ ਪਾਰਟੀ ਦੇ, ਉਹ ਦੱਸ ਸਕਦੇ ਆ ਵੀ ਉਹ ਦੱਸ ਕੇ ਆਏ ਸੀ ਕਿ ਨਹੀਂ ਆਏ ਸੀ। ਤੇ ਮੇਰੇ ਜਾਣਕਾਰੀ ਮੁਤਾਬਕ ਤਾਂ ਉਹਨਾਂ ਦੀ ਚਰਚਾ ਹੋਈ ਸੀ ਤੇ ਉਸ ਤੋਂ ਬਾਅਦ ਹੀ ਉਹ ਸਾਰੇ ਆਏ ਸੀ। ਚਲੋ ਪਰ ਫਿਰ ਵੀ ਮੈਂ ਸਮਝਦਾ ਉਹਨਾਂ ਦਾ ਆਪਦਾ ਡਿਸੀਜਨ ਉਹੀ ਦੱਸ ਸਕਦੇ ਆ। ਤੇ ਪਰ ਅੱਜ ਵੀ ਬ੍ਰਹਮਪੁਰਾ ਸਾਹਿਬ ਦਾ ਪੂਰਾ ਸਤਿਕਾਰ ਹੈ। ਤੇ ਲੇਕਿਨ ਅੱਜ ਸਤਿਕਾਰ ਹੈ। ਤੇ ਅੱਜ ਦੀ ਗੱਲ ਕੀਤੀ, ਅੱਜ ਇੱਕ ਤਾਜ਼ਾ ਬਿਆਨ ਆਇਆ ਬ੍ਰਹਮਪੁਰਾ ਸਾਹਿਬ ਦਾ, ਕਹਿੰਦੇ ਵੀ ਢੀਂਡਸਾ ਸਾਹਿਬ ਜੋ ਨੇ ਸੁਖਦੇਵ ਸਿੰਘ ਢੀਂਡਸਾ ਆਪਣੇ ਬੇਟੇ ਨੂੰ ਪੁੱਤਰ ਮੋਹ ਦੇ ਵਿੱਚ ਨੇ ਤੇ ਆਪਣੇ ਬੇਟੇ ਨੂੰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ। ਦੇਖੋ ਹਜੇ ਤਾਂ ਉਹ ਤਾਂ ਗੱਲ ਹੀ ਕੋਈ ਨਹੀਂ। ਜੇ ਕੋਈ ਨੇੜੇ ਤੇੜੇ ਗੱਲ ਹੋਵੇ ਤਾਂ ਚਲੋ ਆਪਾਂ ਕਹੀਏ ਵੀ ਜੀ ਇਹੀ ਜਿਹੀਆਂ ਡਿਸਕਸ਼ਨਸ ਤਾਂ ਮੈਂ ਸਮਝਦਾ ਹਜੇ ਉਹਨਾਂ ਦੀ ਜੋ ਵੀ ਡਿਸਕਸ਼ਨਸ ਹੋਈਆਂ ਨੇ ਉਹ ਸਿਰਫ ਪਾਰਟੀ ਗਠਨ ਕਰਨ ਬਾਰੇ, ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਅੱਗੇ ਤੋਰਨ ਦੀ ਗੱਲ ਹੋਈ ਹੈ। ਤੇ ਨਾਲੇ ਇਹ ਤਾਂ ਬੜਾ ਸਪਸ਼ਟ ਰੂਪ ਵਿੱਚ ਢੀਂਡਸਾ ਸਾਹਿਬ ਨੇ ਕਹਿਤਾ ਸੀਗਾ ਉਹਨਾਂ ਨੂੰ ਵੀ ਪਰਮਿੰਦਰ ਨੇ ਕੋਈ ਪਾਰਟੀ ਦੇ ਵਿੱਚ ਅਹੁਦਾ ਨਹੀਂ ਰਹੇਗਾ। ਤੇ ਅਸੀਂ ਕਿਉਂਕਿ ਜੇ ਇੱਕ ਚੀਜ਼ ਦੇ ਲਈ ਲੜ ਰਹੇ ਹਾਂ ਤਾਂ ਫਿਰ ਜੇ ਪਰਿਵਾਰ ਦੇ ਵਿੱਚ ਹੀ ਇੰਨੇ ਅਹੁਦੇ ਲੈ ਲਈਏ ਤਾਂ ਉਹਦਾ ਕੋਈ ਮਕਸਦ ਨਹੀਂ ਬਣਦਾ। ਸੋ ਮੈਨੂੰ ਨਹੀਂ ਲੱਗਦਾ ਬ੍ਰਹਮਪੁਰਾ ਸਾਹਿਬ ਕਲੈਰੀਫਾਈ ਕਰ ਸਕਦੇ ਨੇ ਵੀ ਉਹਨਾਂ ਨੂੰ ਕਿਉਂ ਇਹ ਲੱਗਿਆ ਜਾਂ ਕੀ ਕਾਰਨ ਹੈ ਜਾਂ ਕਿਹਨੇ ਉਹਨਾਂ ਨੂੰ ਕਿਹਾ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਐਸੀ ਗੱਲ ਹੋਈ ਹੈ। ਤੁਹਾਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਹੋ ਸਕਦਾ ਹੈ ਕਿਸੇ ਨੇ ਕੰਨ ਭਰੇ ਹੋਣ, ਕੋਈ ਨਹੀਂ ਚਾਹੁੰਦਾ ਕਿ ਇੱਕ ਨਵਾਂ ਤੀਜਾ ਧਿਰ ਖੜਾ ਹੋਵੇ ਜਾਂ ਜਾਣਬੁੱਝ ਕੇ ਕੋਈ ਜੁੜਨ ਨਹੀਂ ਦੇ ਰਿਹਾ? ਦੇਖੋ ਹੋ ਸਕਦਾ ਹੈ, ਬਿਲਕੁਲ ਹੋ ਸਕਦਾ ਹੈ ਵੀ ਇਹ ਜਿਹਾ ਜਿਹੜਾ ਬਿਆਨ ਕਿਸੇ ਨੇ ਜੋ ਦਵਾਇਆ ਹੈ ਜਾਂ ਬ੍ਰਹਮਪੁਰਾ ਸਾਹਿਬ ਨੇ ਆਪ ਦਿੱਤਾ, ਇਹ ਤਾਂ ਹੁਣ ਉਹ ਦੱਸ ਸਕਦੇ ਨੇ। ਪਰ ਮੈਂ ਸਮਝਦਾ ਵੀ ਇਹ ਗੱਲ ਦੀ ਅੱਜ ਕੋਈ ਮਤਲਬ ਨਹੀਂ ਸੀ ਬਣਦਾ। ਚਲੋ ਠੀਕ ਹੈ, ਉਹਨਾਂ ਨੇ ਕਹਿਣਾ ਵੀ ਨਹੀਂ ਇਕੱਠੇ ਹੋ ਸਕੇ, ਸਾਡੇ ਕੋਈ ਪਾਰਟੀ ਦੇ ਬਾਰੇ ਜੋ ਪਾਰਟੀ ਗਠਿਤ ਕਰਨ ਦੀ ਗੱਲ ਸੀ ਉਹ 'ਚ ਇੱਕ ਰਾਏ ਨਹੀਂ ਬਣ ਸਕੀ, ਉੱਥੇ ਤੱਕ ਤਾਂ ਮੈਂ ਜਿਹੜਾ ਹੈ ਸਹਿਮਤ ਹਾਂ। ਪਰ ਇਹ ਜਿਹੜੀ ਗੱਲ ਹੈ ਇਹ 'ਚ ਕੋਈ ਵੀ ਜਿਹੜਾ ਉਹ ਤੱਥ ਨਹੀਂ, ਕਿਉਂਕਿ ਇਹ ਤਾਂ ਜਿਵੇਂ ਕਹਿੰਦੇ ਨੇ ਉਹੀ ਗੱਲ ਹੈ ਵੀ ਆਪਾਂ ਹਜੇ ਪਿੰਡ ਤਾਂ ਬਸਿਆ ਨਹੀਂ ਮੰਗਤੇ ਪਹਿਲਾਂ ਆਉਣ ਵਾਲੀ ਗੱਲ ਹੋ ਗਈ ਵੀ ਹਜੇ ਤਾਂ ਬਹੁਤ ਲੰਬਾ ਸੰਘਰਸ਼, ਬੜੀ ਲੰਬੀ ਲੜਾਈ ਹੈ। ਤੇ ਨਾ ਹੀ ਹਜੇ ਕੋਈ ਇਹ ਸੋਚ ਕੇ
ਵੀ ਕਿਸੇ ਨੇ ਮੁੱਖ ਮੰਤਰੀ ਬਣਨਾ ਹੈ ਜਾਂ ਕਿਸੇ ਨੇ ਕੀ ਬਣਨਾ ਹੈ, ਉਹ ਹਜੇ ਕਿਸੇ ਦੀ ਸੋਚ 'ਚ ਨਾ ਤਾਂ ਹੈ ਤੇ ਨਾ ਹੀ ਮੈਂ ਸਮਝਦਾ ਇਹੋ ਜਿਹੀ ਕੋਈ ਸਥਿਤੀ ਹੈ ਸੋਚਣ ਦੀ। ਢੀਂਡਸਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਢੀਂਡਸਾ, ਦੋਨਾਂ ਦੀਆਂ ਜੇ ਆਪਾਂ ਗੱਲ ਕਰੀਏ ਪਾਲਿਸੀਜ਼ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੋਏਗਾ, ਕੀ ਡਿਫਰੈਂਸ ਹੋਏਗਾ, ਕਿਆ ਸੇਮ ਤੁਹਾਡਾ ਆਈਡੀਓਲੋਜੀ ਤੁਹਾਡੀ ਰਹੇਗੀ ਜਾਂ ਫਿਰ ਨਹੀਂ? ਦੇਖੋ, ਪਹਿਲੀ ਗੱਲ ਤਾਂ ਸਾਡਾ ਕੋਈ ਅਕਾਲੀ ਦਲ ਢੀਂਡਸਾ ਨਹੀਂ ਹੈ, ਇਹ ਅਸੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੈ। ਤੇ ਜੇ ਕੋਈ ਟੈਕਨੀਕਲ ਕੋਈ ਆਉਂਦੀ ਹੈ ਇਸ਼ੂ ਜੀ ਤਾਂ ਉਹਨੂੰ ਹੋ ਸਕਦਾ, ਜਿਵੇਂ ਸਾਰਿਆਂ ਦੀ ਰਾਏ ਇਹ ਸੀ ਵੀ ਡੈਮੋਕ੍ਰੈਟ, ਕਿਉਂਕਿ ਉੱਥੇ ਖੁੱਲ੍ਹੀ ਚਰਚਾ ਹੋਈ ਸਾਰਿਆਂ ਦੀ ਵੀ ਡੈਮੋਕ੍ਰੈਟਿਕ, ਕਿਉਂਕਿ ਅਸੀਂ ਡੈਮੋਕ੍ਰੈਟਿਕ ਪ੍ਰਣਾਲੀ ਦਾ ਹਿੱਸਾ। ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਹੈ ਜਿਹੜੀ ਡੈਮੋਕ੍ਰੈਟਿਕ ਸਿਧਾਂਤਾਂ 'ਤੇ ਚੱਲਦੀ ਰਹੀ ਹੈ, ਵੀ ਡੈਮੋਕ੍ਰੈਟਿਕ ਜੇ ਲੋੜ ਪਈ ਤਾਂ ਲਿਖਿਆ ਜਾ ਸਕਦਾ। ਸੋ ਪਹਿਲੀ ਗੱਲ ਤਾਂ ਮੈਂ ਇਹੀ ਸਪਸ਼ਟ ਕਰਨਾ ਚਾਹੁੰਦਾ ਵੀ ਜਿਹੜੀ ਹੈ ਅਕਾਲੀ ਦਲ ਕਦੇ ਵੀ ਇੱਕ ਵਿਅਕਤੀ ਵਿਸ਼ੇਸ਼ 'ਤੇ ਕੇਂਦਰਿਤ ਹੋ ਕੇ ਪਾਰਟੀ ਨਹੀਂ ਚੱਲੀ। ਅਕਾਲੀ ਦਲ ਹਮੇਸ਼ਾ ਸਿਧਾਂਤਾਂ 'ਤੇ ਚੱਲੀ ਹੈ ਤੇ ਇਹੀ ਮੁੱਦਾ ਅਸੀਂ ਹੁਣ ਵੀ ਸਾਡਾ ਇਹੀ ਹੈ ਵੀ ਅਸੀਂ ਉਹ ਜਿਹੜੀ ਸੋਚ ਸੀ, ਜੋ ਵਿਚਾਰਧਾਰਾ ਸੀ, ਉਹਨੂੰ ਅੱਗੇ ਰੱਖਣਾ। ਵਿਅਕਤੀ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ, ਪਰ ਪਾਰਟੀਆਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਹਮੇਸ਼ਾ ਅੱਗੇ ਚੱਲਦੀ ਹੈ। 100 ਸਾਲ ਜੇ ਸ਼੍ਰੋਮਣੀ ਅਕਾਲੀ ਦਲ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਉਹ 100 ਸਾਲ ਉਸ ਵਿਚਾਰਧਾਰਾ ਦੀ ਗੱਲ ਕਰਦੇ ਆ ਜਿਹੜੀ 1920 ਦੇ ਵਿੱਚ ਜਿਸ ਨੂੰ ਲੈ ਕੇ ਸਾਡੇ ਬਜ਼ੁਰਗ ਚੱਲੇ ਸੀ। ਸੋ ਉਸੇ ਸੋਚ ਨੂੰ ਲੈ ਕੇ ਅਸੀਂ ਅੱਗੇ ਚੱਲਣ ਦਾ ਤਹਈਆ ਕੀਤਾ ਹੈ, ਜਿਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਹਿੱਤਾਂ ਨੂੰ ਅਤੇ ਜੋ ਸਿੱਖਾਂ ਦੇ ਵਿਸ਼ਵ ਦੇ ਵਿੱਚ ਜਿੱਥੇ ਵੀ ਬੈਠੇ ਉਹਨਾਂ ਦੇ ਕੋਈ ਮਸਲੇ ਨੇ, ਉਹਨਾਂ ਨੂੰ ਅਸੀਂ ਹਮੇਸ਼ਾ ਤਰਜੀਹ ਦੇਵਾਂਗੇ। ਇਹਨੂੰ ਤਾਂ ਆਪਾਂ ਤੀਜੀ ਧਿਰ ਕਹਿ ਸਕਦੇ ਹਾਂ, ਕਿਉਂਕਿ ਸੇਵਾ ਸਿੰਘ ਸੇਖਵਾਂ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੀਜੀ ਪੰਥਕ ਧਿਰ ਪੰਜਾਬ ਦੇ ਵਿੱਚ ਬਣਾਵਾਂਗੇ। ਤੀਜੀ ਧਿਰ ਕਹਿ ਸਕਦੇ ਹਾਂ ਜਾਂ ਫਿਰ ਇਹ ਕਹੀਏ ਕਿ ਆਮ ਆਦਮੀ ਪਾਰਟੀ ਦੇ ਨਾਲ ਜਾ ਕੇ ਅੱਗੇ ਸਮਝੌਤਾ ਹੋ ਸਕਦਾ ਹੈ? ਦੇਖੋ, ਸਾਰਿਆਂ ਨੂੰ ਮੈਂ ਸਮਝਦਾ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋਣਾ ਚਾਹੀਦਾ, ਨਹੀਂ ਲੋਕਾਂ ਦੇ ਵਿੱਚ ਬੜੀ ਮਾਯੂਸੀ ਹੈ। ਪੰਜਾਬ ਦੇ ਵਿੱਚ ਨੌਜਵਾਨ ਬਾਹਰ ਭੱਜ ਰਿਹਾ, ਪੰਜਾਬ ਦੀ ਇੰਡਸਟਰੀ ਦਾ ਬੁਰਾ ਹਾਲ ਹੈ, ਪੰਜਾਬ ਦੇ ਵਿੱਚ ਮਾਫੀਆ ਹਰ ਪ੍ਰਕਾਰ ਦਾ ਉਹ ਜਿਹੜਾ ਉਹਦਾ ਰਾਜ ਚੱਲ ਰਿਹਾ ਹੈ ਤੇ ਇਹ ਬਿਨਾਂ ਜੋ ਸਾਡੀ ਟੌਪ ਲੀਡਰਸ਼ਿਪ ਹੈ ਉਹਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਇਸ ਲਈ ਮੇਰਾ ਮੰਨਣਾ ਇਹ ਹੈ ਵੀ ਜਿਹੜੇ ਲੋਕ ਪੰਜਾਬ ਦਾ ਭਲਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਆਪਦੇ ਨਿੱਜੀ ਹਿੱਤਾਂ ਨੂੰ ਛੱਡ ਕੇ ਪੰਜਾਬ ਲਈ ਇਕੱਠਾ ਹੋਣਾ ਪਏਗਾ, ਚਾਹੇ ਉਹਦੇ ਵਿੱਚ ਕੋਈ ਵੀ ਪਾਰਟੀ ਹੈ। ਮੈਂ ਕਿਸੇ ਵਿਸ਼ੇਸ਼ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ। ਕਾਂਗਰਸ ਤੇ ਬਾਦਲ ਦਲ ਤੋਂ ਬਿਨਾਂ ਸਾਰੇ ਜੇ ਇਕੱਠੇ ਹੁੰਦੇ ਆ ਤਾਂ ਮੈਂ ਸਮਝਦਾ ਇੱਕ ਚੰਗੀ ਪੰਜਾਬ ਨੂੰ ਭਵਿੱਖ ਜਿਹੜਾ ਹੈ ਉਹ ਦਿਖਾਈ ਦੇ ਸਕਦਾ। ਤੁਸੀਂ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਇਲਾਵਾ, ਲੇਕਿਨ ਜੇ ਕਾਂਗਰਸੀ ਸਿੱਧੂ ਤੁਹਾਡੇ ਕੋਲ ਆਏ, ਜਾਂ ਕਿਉਂਕਿ ਕਾਂਗਰਸ ਦੇ ਵਿੱਚ ਜ਼ਿਆਦਾ ਉਹਨਾਂ ਦੀ ਲੱਗਦੀ ਨਹੀਂ ਬਣਦੀ ਪਈ ਹੈ, ਜੇ ਉਹਨਾਂ ਨੇ ਪਾਰਟੀ ਛੱਡੀ ਤਾਂ ਕੀ ਸਿੱਧੂ ਲਈ ਦਰਵਾਜ਼ੇ ਖੁੱਲ੍ਹੇ ਨੇ? ਬਿਲਕੁਲ ਬਿਲਕੁਲ, ਕਿਉਂ ਨਹੀਂ ਜੀ। ਚੰਗੇ ਲੀਡਰ ਨੇ ਉਹ, ਚੰਗਾ ਉਹਨਾਂ ਦਾ ਮੈਂ ਸਮਝਦਾ ਸ਼ਖਸੀਅਤ, ਵਧੀਆ ਸ਼ਖਸੀਅਤ ਦੇ ਮਾਲਕ ਨੇ ਤੇ ਕੋਈ ਵੱਡੇ ਕੋਈ ਉਹਨਾਂ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੈ ਕਿਸੇ ਨੂੰ। ਸੋ ਆਉਂਦੇ ਨੇ। ਦੇਖੋ, ਪਾਰਟੀਆਂ ਦੇ ਵਿੱਚ ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਹੁੰਦੇ ਨੇ। ਜੇ ਮੈਂ ਕਹਾਂ ਵੀ ਅਕਾਲੀ ਦਲ 'ਚ ਕੋਈ ਚੰਗਾ ਬੰਦਾ ਨਹੀਂ ਹੈ, ਜੇ ਮੈਂ ਕਹਾਂ ਵੀ ਕਾਂਗਰਸ 'ਚ ਕੋਈ ਵੀ ਚੰਗਾ ਬੰਦਾ ਨਹੀਂ, ਇਹ ਗਲਤ ਹੋਏਗਾ। ਪਰ ਗੱਲ ਹੈ ਪਾਰਟੀਆਂ ਦੀ ਆਈਡੀਓਲੋਜੀ ਜਾਂ ਪਾਰਟੀਆਂ ਦੀ ਜਿਹੜੀ ਲੀਡਰਸ਼ਿਪ ਹੈ, ਜਦੋਂ ਉਹਦੀ ਸੋਚ ਭਾਰੂ ਹੋ ਜਾਂਦੀ ਹੈ ਤਾਂ ਫਿਰ ਉਹ ਜਿਹੜੇ ਥੱਲੇ ਚੰਗੇ ਬੰਦੇ ਵੀ ਨਹੀਂ, ਉਹਨਾਂ ਦੀ ਵੀ ਜਿਹੜੀ ਸੋਚ 'ਤੇ ਹਾਵੀ ਹੋ ਜਾਂਦੇ, ਉਹ ਉਹਨਾਂ ਅਸਰ ਉਹਨਾਂ ਦਾ ਰਹਿੰਦਾ ਨਹੀਂ। ਅੱਛਾ, ਕਿਸੇ ਵੀ ਪਾਰਟੀ 'ਚੋਂ ਚੰਗੇ ਬੰਦੇ ਆਉਣਗੇ ਤਾਂ ਜ਼ਰੂਰ ਸਾਨੂੰ ਖੁਸ਼ੀ ਹੋਏਗੀ। ਬਾਰ-ਬਾਰ ਸਵਾਲ ਇਹ ਹੁੰਦਾ ਕਿ ਇੱਕ ਵਿਧਾਨ, ਇੱਕ ਝੰਡਾ, ਇੱਕ ਸੰਵਿਧਾਨ ਹੋਵੇ, ਲੇਕਿਨ ਜੇ ਕੱਲ੍ਹ ਨੂੰ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਹੁੰਦੀ, ਕਿਉਂਕਿ ਸੇਵਾ ਸਿੰਘ ਸੇਖਵਾਂ ਸਾਹਿਬ ਹੁਣੀ ਪਹਿਲਾਂ ਕਹਿੰਦੇ ਰਹੇ ਨੇ ਅਸੀਂ ਸਾਰਿਆਂ ਨਾਲ ਗੱਲਬਾਤ ਕਰਾਂਗੇ, ਤਾਂ ਉਹਨਾਂ ਦੀ ਆਪਣੀ ਪਾਰਟੀ ਹੈ ਜੀ ਪੰਜਾਬ ਏਕਤਾ ਪਾਰਟੀ। ਜੇ ਬੈਂਸ ਬ੍ਰਦਰ ਨਾਲ ਗੱਲ ਹੁੰਦੀ ਹੈ, ਉਹਨਾਂ ਦੀ ਆਪਣੀ ਲੋਕ ਇੰਸਾਫ ਪਾਰਟੀ ਹੈਗੀ ਹੈ। ਜੇ ਧਰਮਵੀਰ ਗਾਂਧੀ ਨਾਲ ਗੱਲ ਹੁੰਦੀ ਹੈ, ਉਹਨਾਂ ਦਾ ਆਪਣਾ ਇੱਕ ਫਰੰਟ ਹੈਗਾ ਹੈ। ਤੁਹਾਨੂੰ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਨੂੰ ਡਿਜ਼ੋਲਵ ਕਰਕੇ ਇੱਕ ਪਾਰਟੀ ਦੇ ਨਾਮ ਹੇਠਾਂ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ? ਦੇਖੋ, ਕੋਸ਼ਿਸ਼ ਤਾਂ ਹੋਣੀ ਚਾਹੀਦੀ ਹੈ, ਜਿੰਨੀਆਂ ਵੀ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਉਹ ਯਤਨ ਹੋਣਾ ਚਾਹੀਦਾ ਹੈ। ਪਰ ਮੈਂ ਸਮਝਦਾ ਸਾਰੀਆਂ ਪਾਰਟੀਆਂ ਕਈ ਵਾਰ ਇਕੱਠੀਆਂ ਵੀ ਨਹੀਂ ਹੋ ਸਕਦੀਆਂ ਹੁੰਦੀਆਂ, ਤਾਂ ਇੱਕ ਮੁਹਾਜ਼ ਤਿਆਰ ਕੀਤਾ ਜਾਂਦਾ, ਇੱਕ ਫਰੰਟ ਤਿਆਰ ਕੀਤਾ ਜਾ ਸਕਦਾ ਹੈ ਤੇ ਜਿਹਦੇ ਵਿੱਚ ਸਾਰੇ ਇੱਕ ਮਿਨੀਮਮ ਪ੍ਰੋਗਰਾਮ ਤਹਿਤ ਕੰਮ ਕਰਨ ਤੇ ਉਹ ਜਿਹੜੇ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ ਇੱਕ ਸਹਿਮਤੀ ਬਣੇ ਤੇ ਪੰਜਾਬ ਦੇ ਵਿੱਚ ਇਕੱਠੇ ਇਲੈਕਸ਼ਨ ਲੜ ਕੇ ਮੈਂ ਸਮਝਦਾ ਇੱਕ ਪੰਜਾਬ 'ਚ ਨਵੀਂ ਇੱਕ ਸੇਧ ਪੰਜਾਬ ਨੂੰ ਇੱਕ ਨਵੀਂ ਸੋਚ ਦਿੱਤੀ ਜਾ ਸਕਦੀ ਹੈ। ਬੀਤੇ ਕੁਝ ਦਿਨਾਂ ਤੋਂ ਆਰਡੀਨੈਂਸ ਨੂੰ ਲੈ ਕੇ ਜੋ ਕਿਸਾਨਾਂ ਦੇ ਕਿਹਾ ਜਾ ਰਿਹਾ ਕਿ ਅਗੇਂਸਟ ਨੇ ਆਰਡੀਨੈਂਸ, ਉਹਨਾਂ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਈਵਨ ਕਿ ਹੁਣ
ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਿਹਾ ਜਾ ਰਿਹਾ ਅਸੀਂ ਹਰ ਇੱਕ ਕੁਰਬਾਨੀ ਦੇਵਾਂਗੇ, ਚਾਹੇ ਉਹ ਕੁਰਸੀ ਹੋਵੇ, ਕੁਝ ਵੀ ਹੋਵੇ, ਕਿਸਾਨਾਂ ਲਈ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਕੁਰਬਾਨੀ ਦੇਣ ਨੂੰ ਤਿਆਰ ਨਹੀਂ ਜਾਂ ਫਿਰ ਸਿਰਫ ਇੱਕ ਹੁਣ ਇੱਕ ਡਾਇਲੋਗਬਾਜ਼ੀ ਹੋ ਰਹੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿੱਥੋਂ ਤੱਕ ਆਰਡੀਨੈਂਸ ਦੀ ਗੱਲ ਹੈ, ਹਜੇ ਤੱਕ ਮੈਨੂੰ ਅਕਾਲੀ ਦਲ ਦਾ ਸਟੈਂਡ ਹੀ ਸਪਸ਼ਟ ਨਹੀਂ ਸਾਹਮਣੇ ਆਇਆ। ਪਹਿਲਾਂ ਤਾਂ ਅਕਾਲੀ ਦਲ ਕੈਬਨਿਟ ਦੇ ਵਿੱਚ ਉਹਨਾਂ ਤਿੰਨੇ ਆਰਡੀਨੈਂਸਾਂ 'ਤੇ ਮੋਹਰ ਲਾਉਂਦਾ, ਉਹਦੀ ਸਪੋਰਟ ਕਰਦਾ। ਫਿਰ ਜਦ ਰੌਲਾ ਪੈਂਦਾ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਿਆਨ ਆਉਂਦਾ ਵੀ ਅਸੀਂ ਕਿਸੇ ਤਰ੍ਹਾਂ ਦੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਅਤੇ ਫਿਰ ਜਦ ਆਲ ਪਾਰਟੀ ਮੀਟਿੰਗ ਹੁੰਦੀ ਹੈ, ਫਿਰ ਉੱਥੇ ਉਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਬਜਾਏ ਜਿਹੜੇ ਕੋਈ ਪੰਜਾਬ ਸਰਕਾਰ ਨੇ 2 ਸਾਲ ਪਹਿਲਾਂ ਕੋਈ ਹੋਰ ਆਰਡੀਨੈਂਸ ਲਿਆਂਦੇ ਸੀ, ਉਹਨਾਂ 'ਤੇ ਚਰਚਾ ਸ਼ੁਰੂ ਕਰਕੇ ਅਤੇ ਉਹਨਾਂ ਦੂਸਰੇ ਕੇਂਦਰ ਦੇ ਆਰਡੀਨੈਂਸਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਫਿਰ ਪਹਿਲਾਂ ਤਾਂ ਅਕਾਲੀ ਦਲ ਸਪਸ਼ਟ ਕਰੇ ਵੀ ਆਰਡੀਨੈਂਸਾਂ ਦੇ ਹੱਕ 'ਚ ਇੱਕ ਵਿਰੋਧ 'ਚ ਹੈ। ਹੁਣ ਤੱਕ ਜਿੰਨੇ ਵੀ ਉਹਨਾਂ ਦੇ ਜ਼ਿਆਦਾ ਬਿਆਨ ਆਏ ਨੇ ਉਹ ਆਰਡੀਨੈਂਸ ਦੇ ਹੱਕ 'ਚ ਹੀ ਆਏ ਨੇ, ਅਤੇ ਜੇ ਹੱਕ 'ਚ ਨੇ ਫਿਰ ਕੁਰਬਾਨੀ ਕਾਹਦੀ ਦੇਣੀ ਹੈ? ਜੇ ਉਹ ਆਰਡੀਨੈਂਸ ਦੇ ਹੱਕ 'ਚ ਹੀ ਹੋ ਗਏ ਫਿਰ ਕਾਹਦੀ ਕੁਰਬਾਨੀ? ਤਾਂ ਫਿਰ ਕੋਈ ਸਮਝ ਨਹੀਂ ਆਉਂਦੀ। ਅਤੇ ਨਾਲੇ ਜਿੰਨਾ ਸਾਨੂੰ ਜਾਪ ਰਿਹਾ ਵੀ ਕੁਰਬਾਨੀ ਤਾਂ ਆਲਰੇਡੀ ਦਿੱਤੀ ਜਾ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੁਰਬਾਨੀ ਬਲੀ ਤਾਂ ਚੜ੍ਹ ਗਈ, ਹੁਣ ਤਾਂ ਪੰਜਾਬ ਦੀ ਕੁਰਬਾਨੀ ਦੇਣ ਦੀ ਮੈਨੂੰ ਲੱਗਦਾ ਤਿਆਰੀ ਹੋ ਰਹੀ ਹੈ। ਕੁਰਸੀ ਦੀ ਕੁਰਬਾਨੀ ਨਹੀਂ, ਜਿਹੜੀ ਤੁਸੀਂ ਲੋਕਾਂ ਨੂੰ ਸ਼ਾਇਦ ਭੁਲੇਖਿਆ ਵੀ ਉਹਨਾਂ ਦੇ ਬਿਆਨ ਨੇ ਕਿਹਾ ਵੀ ਕੋਈ ਵੀ ਕੁਰਬਾਨੀ ਦਾ ਸ਼ਾਇਦ ਮਤਲਬ ਇਹ ਸੀਗੇ ਵੀ ਪੰਜਾਬ ਦੀ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਹਾਂ। ਮੈਨੂੰ ਤਾਂ ਇਹੀ ਸਮਝਦਾ ਮੈਂ ਤਾਂ। ਅਤੇ ਅੱਛਾ, ਇੱਕ ਕੁਰਬਾਨੀ ਹੋਰ ਅੱਜ ਕੱਲ੍ਹ ਬੜੇ ਮਾਪੇ ਦੇ ਰਹੇ ਨੇ, ਲੋਕਡਾਊਨ ਚੱਲ ਰਿਹਾ ਹੈ ਜੀ, ਅਤੇ ਫੀਸਾਂ ਨੂੰ ਲੈ ਕੇ ਬਹੁਤ ਜ਼ਿਆਦਾ, ਤੁਸੀਂ ਖੁਦ ਫਾਈਨੈਂਸ ਮਿਨਿਸਟਰ ਰਹੇ ਹੋ, ਵਿੱਤ ਮੰਤਰੀ ਰਹੇ ਹੋ, ਜੋ ਹਾਲਾਤ ਇਸ ਵੇਲੇ ਸੂਬੇ ਦੇ ਬਣੇ ਹੋਏ ਨੇ, ਤੁਹਾਨੂੰ ਲੱਗਦਾ ਹੈ ਕਿ ਇਸ ਦੇ ਲਈ ਜ਼ਿੰਮੇਦਾਰ ਕੌਣ ਹੈ? ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ, ਜਾਂ ਫਿਰ ਜੋ ਕਾਂਗਰਸ ਹੈ ਉਸ ਨੂੰ ਸਹੀ ਤਰੀਕੇ ਨਾਲ ਟੈਕਲ ਨਹੀਂ ਕਰ ਸਕੀ? ਕਿਉਂਕਿ ਮਾਪੇ ਕਹਿ ਰਹੇ ਨੇ ਕਿ ਜੇ ਬੱਚੇ ਪੜ੍ਹੇ ਹੀ ਨਹੀਂ, ਕਿਉਂਕਿ ਸਰਕਾਰ ਦਾ ਹੁਣ ਜੇ ਤੁਹਾਨੂੰ ਪਤਾ ਹੋਏਗਾ ਕੈਪਟਨ ਸਰਕਾਰ ਕਹਿੰਦੀ ਹੈ ਨੋ ਵਰਕ ਨੋ ਪੇ, ਜੇ ਬੰਦਾ ਮੁਲਾਜ਼ਮ ਧਰਨਾ ਲਾਵੇ ਤਾਂ ਅਸੀਂ ਤਨਖਾਹ ਨਹੀਂ ਦੇਣੀ, ਪਰ ਜੇ ਸਕੂਲ ਪੜ੍ਹਾਉਣ ਨਾ ਫੀਸਾਂ ਜ਼ਰੂਰ ਦਿਓ। ਦੇਖੋ, ਇਹ 'ਚ ਤਾਂ ਮੌਜੂਦਾ ਸਰਕਾਰ ਹੀ ਜ਼ਿੰਮੇਵਾਰ ਹੈ, ਤੁਸੀਂ ਪਿਛਲੀ ਸਰਕਾਰ ਨੂੰ ਤਾਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਕਿਉਂਕਿ ਮੌਜੂਦਾ ਪਾਲਿਸੀ ਹੁਣ ਦੀ ਸਰਕਾਰ ਨੇ ਕੀਤੀ ਹੈ। ਇਹਨਾਂ ਨੇ ਮੈਨੂੰ ਲੱਗਦਾ ਟੋਟਲ ਫੇਲੀਅਰ ਰਿਹਾ ਅਤੇ ਇਹ ਕੇਸ ਦੀ ਪੈਰਵਾਈ ਨਹੀਂ ਕਰ ਸਕੇ, ਜਾਂ ਇਹਨਾਂ ਦੇ ਜੋ ਐਡਵੋਕੇਟ ਜਨਰਲ ਨੇ ਉਹ ਕਾਬਲ ਨਹੀਂ, ਜਿਹਦੇ ਕਰਕੇ ਲਗਾਤਾਰ ਇਹ ਕੇਸ ਹਾਰ ਰਹੇ ਨੇ, ਜਾਂ ਜਾਣਬੁੱਝ ਕੇ ਹਾਰ ਰਹੇ ਨੇ, ਇਹਦਾ ਵੀ ਮੈਨੂੰ ਕਹਿਣਾ ਮੁਸ਼ਕਿਲ ਹੈ। ਵੀ ਐਸਾ ਕੇਸ ਜਿਹਦੇ 'ਤੇ ਮੈਨੂੰ ਲੱਗਦਾ ਕੋਈ ਆਮ ਤੋਂ ਸਧਾਰਨ ਬੰਦਾ ਵੀ ਇਹ ਸਮਝ ਸਕਦਾ ਵੀ ਜੇ ਉਹ ਕੇਸ ਸਹੀ ਢੰਗ ਨਾਲ ਲੜਿਆ ਜਾਵੇ ਤਾਂ ਉਹ ਕੇਸ ਹਾਰ ਹੀ ਨਹੀਂ ਸਕਦਾ, ਕਿਉਂਕਿ ਬੜਾ ਜੈਨੂਇਨ ਕੇਸ ਹੈ। ਵੀ ਜਦ ਸਕੂਲ ਬੰਦ ਪਏ ਨੇ, ਸਕੂਲਾਂ ਦੇ ਵਿੱਚ ਪੜ੍ਹਾਈ ਬੜੀ ਸਿਰਫ ਆਨਲਾਈਨ ਜਿੰਨੀ ਕੁ ਪੜ੍ਹਾਈ ਹੋ ਸਕ ਰਹੀ ਹੈ ਉਨੀ ਹੋ ਰਹੀ ਹੈ, ਬਾਕੀ ਨਾ ਉਹ ਸਕੂਲਾਂ ਦੀਆਂ ਟਰਾਂਸਪੋਰਟੇਸ਼ਨ ਫੀਸ ਜਾਂ ਹੋਰ ਜਿਹੜੀਆਂ ਐਡਮਿਸ਼ਨ ਫੀਸ, ਉਹ ਸਾਰੀਆਂ, ਕਿਉਂਕਿ ਫੀਸ ਇਕੱਲੀ ਟਿਊਸ਼ਨ ਨਹੀਂ ਹੁੰਦੀ, ਹੋਰ 10 ਤਰ੍ਹਾਂ ਦੀਆਂ ਜਿਹੜੇ ਚਾਰਜਸ ਹੁੰਦੇ ਨੇ, ਅਤੇ ਕੋਰਟ ਦਾ ਫੈਸਲਾ ਆਇਆ ਵੀ ਸਾਰੇ ਚਾਰਜਸ ਲੈ ਸਕਦੇ ਆ। ਤਾਂ ਫਿਰ ਉਸਦਾ ਮਤਲਬ ਤਾਂ ਇਹੀ ਹੋਇਆ ਨਾ ਵੀ ਸਰਕਾਰ ਹੀ ਇਹ ਪੱਖ ਨਹੀਂ ਪੇਸ਼ ਕਰ ਸਕੀ। ਇਹ ਸਰਕਾਰ ਦੀ ਫੇਲਿਅਰ ਹੈ ਵੀ ਜੇ ਕੋਰਟ ਦੇ ਵਿੱਚ ਐਡਾ ਅਹਿਮ ਕੇਸ ਜਿਹਦਾ ਹਜ਼ਾਰਾਂ ਲੋਕਾਂ ਦੇ ਨਾਲ ਜਿਹੜਾ ਸਿੱਧਾ ਪ੍ਰਭਾਵਿਤ ਕਰਦੀਆਂ, ਅਤੇ ਹੁਣ ਤਾਂ ਪ੍ਰਾਈਵੇਟ ਸਕੂਲਾਂ ਨੂੰ ਖੁੱਲ੍ਹ ਹੋ ਗਈ, ਹੁਣ ਤਾਂ ਉਹ ਜਿਹੜਾ ਹੈ ਜਿੰਨਾ ਮਰਜ਼ੀ ਫੀਸ ਚਾਰਜ ਕਰਨ, ਜੋ ਮਰਜ਼ੀ ਕਰਨ, ਅਤੇ ਉਹਨਾਂ ਨੂੰ ਤਾਂ ਹੁਣ ਮੋਹਰ ਲੱਗ ਗਈ ਜੋ ਉਹਨਾਂ ਦੀ, ਮੈਨੂੰ ਲੱਗਦਾ ਇੰਨੀ ਉਹਨਾਂ ਨੇ ਡਿਮਾਂਡ ਵੀ ਨਹੀਂ ਸੀ ਕੀਤੀ ਜਿੰਨੀ ਉਹਨਾਂ ਨੂੰ ਜਿਹੜੀਆਂ ਫੀਸ ਚਾਰਜ ਕਰਨ ਦੀ ਇਜਾਜ਼ਤ ਮਿਲ ਗਈ, ਇੰਨੀ ਤਾਂ ਉਹਨਾਂ ਦੀ ਵੀ ਆਸ ਨਹੀਂ ਸੀ। ਸੋ ਟੋਟਲ ਜਿਹੜਾ ਹੈ ਪੰਜਾਬ ਦੀ ਸਰਕਾਰ ਦਾ ਅਤੇ ਪੰਜਾਬ ਦਾ ਜਿਹੜਾ ਲੀਗਲ ਜਿਹੜੀ ਪੈਰਵਾਈ ਕਰ ਰਹੇ ਪੰਜਾਬ ਦੀ, ਉਹਨਾਂ ਸਾਰਿਆਂ ਦਾ ਸਭ ਤੋਂ ਵੱਡਾ ਫੇਲੀਅਰ ਮੈਂ ਮੰਨਦਾ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਸਰਕਾਰ ਨੇ ਕੁਝ ਸਮਾਂ ਪਹਿਲਾਂ ਇੱਕ ਸਿਹਤਮੰਦ ਪੰਜਾਬ ਕਰਕੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਸਿਹਤਮੰਦ ਪੰਜਾਬ, ਅਤੇ ਉਹ ਸਿਹਤਮੰਦ ਪੰਜਾਬ ਲਾਕਡਾਊਨ ਦੇ ਦੌਰਾਨ ਜਾਂ ਅਨਲੌਕ ਜਦੋਂ ਹੋਇਆ, ਸਭ ਤੋਂ ਪਹਿਲਾਂ ਠੇਕੇ ਖੋਲ੍ਹ ਕੇ ਸਿਹਤਮੰਦ ਬਣੇਗਾ ਪੰਜਾਬ ਜਾਂ ਜਿੰਮਾਂ ਨੂੰ ਬੰਦ ਕਰਕੇ ਬਣੇਗਾ? ਇਹ ਸਮਝ ਨਹੀਂ ਆ ਰਹੀ ਲੋਕਾਂ ਨੂੰ, ਬੜੇ ਕਨਫਿਊਜ਼ ਨੇ। ਦੇਖੋ, ਗੱਲ ਇਹ ਹੈ ਵੀ ਸਰਕਾਰ ਇੱਕ ਰੈਵਨਿਊ ਦੀ ਗੱਲ ਕਰਦੀ ਹੈ ਵੀ ਐਕਸਾਈਜ਼ ਤੋਂ ਸਾਨੂੰ ਰੈਵਨਿਊ ਆਉਂਦਾ ਤਾਂ ਕਰਕੇ ਅਸੀਂ ਠੇਕੇ ਖੋਲ੍ਹੇ। ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਮਝਦਾ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਵੀ ਐਕਸਾਈਜ਼ ਰੈਵਨਿਊ ਤੋਂ ਬਿਨਾਂ ਸਰਕਾਰ ਦੇ ਰੈਵਨਿਊ ਦੇ ਹੋਰ ਬੜੇ ਸਾਧਨ ਨੇ। ਸਰ, ਉਹਨਾਂ ਨੇ ਸਰਕਾਰੀ ਰੈਵਨਿਊ ਦੀ ਗੱਲ ਕੀਤੀ ਹੋਣੀ ਕਿ ਨਿੱਜੀ ਰੈਵਨਿਊ ਦੀ ਗੱਲ ਕੀਤੀ ਹੈ? ਦੇਖੋ, ਦੋਨੇ ਹੀ ਚੀਜ਼ਾਂ ਨੇ ਉਹਨਾਂ ਦੀ। ਇੱਕ ਤਾਂ ਮੈਨੂੰ ਤਾਂ ਜਦ ਠੇਕੇ ਬੰਦ ਸੀ, ਨਿੱਜੀ ਰੈਵਨਿਊ ਤਾਂ ਉਦੋਂ ਬਹੁਤ ਇਕੱਠਾ ਕਰ ਲਿਆ,
ਕਿਉਂਕਿ ਘਰ ਘਰ ਸ਼ਰਾਬ ਮਿਲ ਰਹੀ ਸੀ ਤੇ ਜਿਹੜੇ ਲੋਕਾਂ ਕੋਲੇ ਸਟਾਕ ਪਏ ਸੀ, ਕਿਉਂਕਿ 31 ਮਾਰਚ ਆ ਕੇ ਹਟਿਆ ਸੀ, ਬਹੁਤ ਸਟਾਕ ਜਿਹੜਾ ਅਨਸੋਲਡ ਰਹਿ ਜਾਂਦਾ ਹੈ। ਸਰ 2 ਨੰਬਰ 'ਚ ਬੜੀ ਵਿਕੀ ਹੈ। YPS ਚੌਂਕ ਦੇ ਨਾਲ ਠੇਕਾ ਹੈਗਾ ਜੀ, ਉਹ ਇੱਕ ਵਜ਼ੀਰ ਦੇ ਕਿਸੇ ਕਰੀਬੀ ਦਾ ਹੈਗਾ ਜੀ। ਉਹਨਾਂ ਉੱਥੇ ਮੈਂ ਆਪ ਕਵਰਿੰਗ ਕੀਤੀ ਹੈ, ਕਰਫਿਊ ਦੇ ਦੌਰਾਨ ਦਾਰੂ ਵੇਚਦਿਆਂ ਦੀ। ਦੇਖੋ ਸਾਰੇ ਵਜ਼ੀਰਾਂ ਦੇ ਕਰੀਬੀਆਂ ਨਹੀਂ ਕੀਤਾ ਜਾਂ MLA, ਤੁਸੀਂ ਦੇਖੋ MLA ਦੇ ਨਾਂ ਆ ਰਹੇ ਨੇ, ਵਜ਼ੀਰਾਂ ਦੇ ਕਰੀਬੀਆਂ ਦੇ ਆ ਰਹੇ। ਮੈਂ ਨਹੀਂ ਕਹਾਂਗਾ ਵੀ ਸਾਰਿਆਂ ਨੇ ਕੀਤੇ ਨੇ, ਪਰ ਮੈਜੋਰਿਟੀ ਜਿਹੜੇ ਨੇ ਉਹਨਾਂ ਦੇ ਨਾਂ ਆ ਰਹੇ ਨੇ, ਕਿਉਂਕਿ ਸਰਕਾਰ ਉਹਨਾਂ ਤੋਂ ਸ਼ਾਇਦ ਅਫਸਰ ਵਿੱਚ ਰਲੇ ਹੋਏ ਸੀ, ਪੁਲਿਸ ਰਲੀ ਹੋਈ ਸੀ, ਤੇ ਥੱਲੇ ਦੇ ਜਿਹੜੇ ਨੇ MC ਸਰਪੰਚ ਉਹਨਾਂ ਤੋਂ ਬਿਨਾਂ ਵੀ ਨਹੀਂ ਹੋ ਸਕਦਾ, ਕੋਈ ਠੇਕੇ ਉਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੇ। ਜਾਂ ਉਹ ਇਹ ਸਾਰਿਆਂ ਦੀ ਜਿਹੜੀ ਉੱਤੋਂ ਲੈ ਕੇ ਥੱਲੇ ਤੱਕ ਇਹਨਾਂ ਨੇ ਜਿਹੜਾ ਇਹ ਸਾਰਾ ਕੀਤਾ। ਲਾਸ ਹੋਇਆ ਸਰਕਾਰ ਦਾ ਅਰਬਾਂ ਖਰਬਾਂ ਰੁਪਏ ਦਾ ਰੈਵਨਿਊ ਲਾਸ ਹੋਇਆ, ਤੇ ਇਹਨਾਂ ਲੋਕਾਂ ਦਾ ਅਨਡਿਊ ਪ੍ਰੋਫਿਟ ਜਿਹੜਾ ਹੈ ਇਹਨਾਂ ਨੇ ਇਸ ਦੇ ਵਿੱਚ ਕਮਾਇਆ। ਤੇ ਹੁਣ CM ਸਾਹਿਬ ਨੂੰ ਜੇ ਰੈਵਨਿਊ ਉਹ ਬਚਾਉਣਾ ਚਾਹੁੰਦੇ ਸੀ ਜਾਂ ਪੰਜਾਬ ਦਾ, ਤਾਂ ਉਹਨਾਂ ਨੂੰ ਪਹਿਲਾਂ ਜਿਹੜੀ ਇਹ 2 ਨੰਬਰ ਦੀ ਵਿਕਰੀ ਸੀ ਇਹ ਤੇ ਰੋਕ ਲਾਉਣੀ ਚਾਹੀਦੀ ਹੈ। ਜਿਹੜੇ ਐਕਸਾਈਜ਼ ਇਕੱਠੀ ਨਹੀਂ ਹੋ ਰਹੀ, ਜਿਹੜਾ ਐਕਸਾਈਜ਼ ਰੈਵਨਿਊ ਘਟ ਰਿਹਾ ਸਾਲ ਬਰ ਸਾਲ, ਉਹਦੇ ਤੇ ਧਿਆਨ ਦੇਣਾ ਚਾਹੀਦਾ। ਤੇ ਇਹ ਕਹਿ ਕੇ ਵੀ ਪਹਿਲਾਂ ਸ਼ਰਾਬ ਦੇ ਠੇਕੇ ਖੋਲ੍ਹ ਦਿਓ, ਇਹ ਮੇਰੀ ਤਾਂ ਸਮਝ ਤੋਂ ਬਾਹਰ ਨਹੀਂ। ਵੀ ਤਵੱਜੋ ਵੀ ਮੈਡੀਕਲ ਜਿਹੜੀਆਂ ਨੇ ਹੈਲਥ ਫੈਸਿਲਿਟੀਜ਼ ਤੇ ਬੇਸਿਕ ਜਿਹੜੀਆਂ ਲੋਕਾਂ ਦੀਆਂ ਨੈਸੈਸਿਟੀਜ਼ ਨੇ ਉਹਨਾਂ ਵਾਸਤੇ ਦੇਣੀ ਚਾਹੀਦੀ ਹੈ। ਸਰਕਾਰ ਨੇ 1 ਮਹੀਨਾ ਲੋਕਡਾਊਨ ਤੋਂ ਬਾਅਦ ਲੋਕਾਂ ਨੂੰ ਰਾਸ਼ਨ ਦੇਣ ਤੱਕ ਦੀ ਘੋਲ ਕੀਤੀ। ਕੇਂਦਰ ਸਰਕਾਰ ਨੇ ਰਾਸ਼ਨ ਮੁਹੱਈਆ ਕਰਵਾਤਾ, ਤੇ ਪੰਜਾਬ ਸਰਕਾਰ ਨੇ 1 ਮਹੀਨਾ ਇਹਨਾਂ ਨੇ ਰਾਸ਼ਨ ਹੀ ਨਹੀਂ ਪ੍ਰੋਵਾਈਡ ਕੀਤਾ। ਸਾਰੇ ਸੂਬਿਆਂ ਦੇ ਵਿੱਚ ਰਾਸ਼ਨ ਵੰਡਤਾ। ਸੋ ਉਹ ਇਹਨਾਂ ਦੀ ਤਰਜੀਹ ਨਹੀਂ ਸੀ, ਇਹਨਾਂ ਦਾ ਧਿਆਨ ਹੀ ਹੋਰ ਪਾਸੇ ਸੀਗਾ। ਸਾਰੇ ਜਿਹੜੇ ਨੇ ਉਹ ਆਪਦਾ ਜਿਹੜੇ ਮਤਲਬ ਸਾਧੇ ਹੀ ਲੱਗੇ ਹੋਏ ਸੀ। ਸੋ ਇਸ ਦੇ ਵਿੱਚ ਸਰਕਾਰ ਦੀ ਵੈਸੇ ਤਾਂ ਮੈਂ ਸਮਝਦਾ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਚੀਜ਼ ਹੀ ਕੋਈ ਨਹੀਂ। ਤੁਹਾਨੂੰ ਲੱਗਦਾ ਕੈਪਟਨ ਸਾਹਿਬ ਆਪਣਾ ਜਿਹੜੀ ਉਹ ਸਹੁੰ ਚੁੱਕੀ ਸੀ ਉਹਨਾਂ ਨੇ 4 ਹਫ਼ਤਿਆਂ 'ਚ ਮੈਂ ਲੱਕ ਤੋੜਾਂਗਾ ਨਸ਼ੇ ਦਾ, ਉਹ ਭੁੱਲ ਗਏ ਹੋਣੇ ਨੇ, ਤਾਂ ਹੀ ਸਭ ਤੋਂ ਪਹਿਲਾਂ ਆਰਡਰ ਹੀ ਮੇਰੇ ਖਿਆਲ ਠੇਕਿਆਂ ਦੇ ਹੋਏ ਨੇ ਖੋਲ੍ਹਣ ਦੇ। ਦੇਖੋ ਸਾਰੀ ਕੁਝ ਭੁੱਲ ਗਏ। ਸਰਕਾਰ ਦੀ ਅੱਜ ਪੰਜਾਬ ਦੇ ਲੋਕ ਇੰਨੇ ਮਾਯੂਸ ਨੇ ਮੌਜੂਦਾ ਸਰਕਾਰ ਤੋਂ ਕਿ ਸਰਕਾਰ ਨਾਂ ਦੀ ਚੀਜ਼ ਹੀ ਕੋਈ ਨਹੀਂ। ਕਿਸੇ ਦੀ ਕਿਤੇ ਕੋਈ ਸੁਣਵਾਈ ਨਹੀਂ। ਜਿੱਥੇ ਕੋਈ ਚੰਗਾ ਅਫਸਰ ਕੋਈ ਲੱਗ ਗਿਆ ਉਹ ਸੁਣਵਾਈ ਕਰ ਲਈ, ਲੋਕਾਂ ਦਾ ਮਾੜਾ ਮੋਟਾ ਕੰਮ ਹੋ ਗਏ ਤਾਂ ਹੋ ਗਏ, ਤੇ ਇਹ ਸਾਰਾ ਰੱਬ ਆਸਰੇ ਚੱਲ ਰਹੀ ਹੈ ਸਰਕਾਰ। ਹੁਣ ਤੁਸੀਂ ਦੇਖੋ CM ਸਾਹਿਬ ਤਾਂ ਪਿਛਲੇ 3 ਮਹੀਨਿਆਂ ਤੋਂ ਕਿਸੇ ਨੂੰ ਮਿਲੇ ਹੀ ਨਹੀਂ, ਨਾ ਹੀ ਕੋਈ। ਜੇ ਕਾਂਗਰਸ ਦਾ ਵਜ਼ੀਰ ਨਹੀਂ ਮਿਲ ਸਕਦਾ ਤਾਂ ਸਰਕਾਰ ਦਾ ਕੀ ਪੰਜਾਬ ਦੇ ਵਿੱਚ ਸਟੇਟਸ ਹੈ? ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ। ਸਰਕਾਰ ਤਾਂ ਆਟੋ ਮੋਡ ਤੇ ਚੱਲ ਰਹੀ ਹੈ, ਅਫਸਰਸ਼ਾਹੀ ਦਾ ਬੋਲਬਾਲਾ ਹੈ। ਤੇ ਜਿਹੜੇ ਨੇ ਸਾਡੇ ਜੋ ਕਾਂਗਰਸ ਲੀਡਰਸ਼ਿਪ ਹੈ ਜਾਂ ਕਾਂਗਰਸ ਦੇ MLA ਨੇ, ਮੰਤਰੀ ਨੇ, ਉਹਨਾਂ 'ਚ ਮੈਨੂੰ ਲੱਗਦਾ ਹੈ ਆਪ ਇੰਨੀਆਂ ਕਮਜ਼ੋਰੀਆਂ ਆ ਗਈਆਂ ਵੀ ਉਹ ਕਹਿਣ ਦੀ ਸਮਰੱਥਾ ਨਹੀਂ ਰੱਖਦੇ, ਜਿਹਦੇ ਕਰਕੇ ਅੱਜ ਪੰਜਾਬ, ਮੈਂ ਸਮਝਦਾ ਪੰਜਾਬ ਹੈਜ਼ ਗੋਨ ਟੂ ਦ ਡੌਗਸ। ਤੁਹਾਨੂੰ ਲੱਗਦਾ ਹੈ ਕਿ ਜਿਮ ਵੀ ਖੁੱਲ੍ਹਣੇ ਚਾਹੀਦੇ ਸੀ, ਕਿਉਂਕਿ ਇਮਿਊਨਿਟੀ ਸਟਰੋਂਗ ਹੁੰਦੀ ਹੈ ਬੰਦੇ ਦੀ, ਮੈਂਟਲੀ ਵੀ ਫਿਜ਼ੀਕਲੀ ਵੀ ਸਟਰੋਂਗ ਹੁੰਦਾ ਹੈ, ਤੇ ਬੱਸਾਂ ਵਿੱਚ ਜੇ 100% ਸਵਾਰੀਆਂ ਜਾ ਸਕਦੀਆਂ ਨੇ, ਜਿਮ ਵਿੱਚ ਕੀ ਰੌਲਾ ਹੈ? ਦੇਖੋ ਗੱਲ ਇਹ ਹੈ ਵੀ ਇਹ ਤਾਂ ਮੈਡੀਕਲੀ ਜੋ ਮੇਰੀ ਸੋਚ ਹੈ ਵੀ, ਕਿਉਂਕਿ ਉੱਥੇ ਇੰਨੇ ਤੁਸੀਂ ਕੰਮ ਕਰਦੇ ਹੋ, ਡਾਇਰੈਕਟ ਕੰਟੈਕਟ ਜਿਹੜਾ ਹੈ ਤੁਹਾਡਾ ਜਿਹੜੀ ਜਿਮ ਇਕੁਇਪਮੈਂਟ ਦੇ ਨਾਲ ਹੁੰਦਾ ਹੈ, ਪਸੀਨਾ ਹੁੰਦਾ ਹੈ, ਜਿਹਦੇ ਕਰਕੇ ਖਤਰਾ ਜਿਮਸ ਦੇ ਵਿੱਚ ਵੱਧ ਜਾਂਦਾ ਹੈ। ਪੂਲ ਹੋ ਗਏ, ਜਿਮ ਹੋ ਗਏ, ਜਿੱਥੇ ਕੋਵਿਡ ਦੀ ਫੈਲਣ ਦਾ ਖਤਰਾ ਵੱਧ ਹੈ। ਉੱਥੇ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਉੱਥੇ ਲਾ ਸਕਦੇ ਨੇ, ਉਹ ਕੁਝ ਪਾਲਿਸੀ ਬਣਾ ਸਕਦੇ ਨੇ ਉਹਨਾਂ ਵਾਸਤੇ ਵੀ? ਨਹੀਂ, ਚਲੋ ਉਹ ਤਾਂ ਸਰਕਾਰ ਨੇ ਦੇਖਣਾ ਹੈ, ਪਰ ਮੇਰਾ ਇਹ ਮੰਨਣਾ, ਮੈਂ ਇਸ ਕਹਿੰਦੀ ਜਿਮ ਖੁੱਲ੍ਹਣੇ ਚਾਹੀਦੇ ਜਾਂ ਨਹੀਂ ਖੁੱਲ੍ਹਣੇ ਚਾਹੀਦੇ, ਇਹ ਆਖਰ ਗਵਰਨਮੈਂਟ ਆਫ ਇੰਡੀਆ ਔਰ ਸਟੇਟ ਗਵਰਨਮੈਂਟ ਨੇ ਬੈਠ ਕੇ ਫੈਸਲਾ ਕਰਨਾ ਹੈ। ਕੱਲ੍ਹ ਨੂੰ ਤਾਂ ਜਿਮ ਖੁੱਲ੍ਹ ਗਏ ਫਿਰ ਤਾਂ ਸਾਰੇ ਕਹਿਣਗੇ ਵੀ ਸਾਡਾ ਵੀ ਫਿਰ ਰੈਸਟੋਰੈਂਟ ਚਾਹੇ ਸਿਨੇਮਾ ਹਾਲ ਨੇ, ਫਿਰ ਤਾਂ ਉਹਨਾਂ 'ਤੇ ਵੀ ਕਿਉਂ ਰੋਕ ਲੱਗੇ? ਰੈਸਟੋਰੈਂਟ ਤਾਂ ਆਲਮੋਸਟ ਸਾਰੇ ਖੁੱਲ੍ਹੇ ਹੋਏ ਨੇ, ਜਾਂ ਸਿਨੇਮਾ ਹਾਲਸ ਨੇ, ਉਹਨਾਂ 'ਤੇ ਵੀ ਕਿਉਂ ਰੋਕ ਲੱਗੇ? ਕਹਿਣਗੇ ਸਕੂਲਸ ਵੀ ਕੱਲ੍ਹ ਨੂੰ ਕਹਿਣਗੇ ਖੁੱਲ੍ਹ ਜੇ। ਚਲੋ ਦੈਟ ਇਜ਼ ਆਈ ਥਿੰਕ ਨਾਟ ਮਾਈ ਏਰੀਆ ਆਫ ਕੰਸਰਨ। ਮੇਰਾ ਸਿਰਫ ਏਰੀਆ ਆਫ ਕੰਸਰਨ ਇਹ ਹੈ ਵੀ ਸਰਕਾਰ ਨੂੰ ਆਪਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਪ੍ਰਤੀ, ਜਿਸ ਤਰੀਕੇ ਨਾਲ ਸਰਕਾਰ ਐਬਡੀਕੇਟ ਕਰ ਚੁੱਕੀ ਹੈ ਆਪਦੀ ਜ਼ਿੰਮੇਵਾਰੀ, ਉਸ ਤੋਂ ਚਿੰਤਾ ਜ਼ਾਹਰ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਸਰਕਾਰ ਉਹਦੀਆਂ ਪ੍ਰਾਇਓਰਟੀਜ਼ ਆਪਦੀਆਂ ਫਿਟ ਸੈਕਸ ਜਿਹੜੀਆਂ ਹੈ ਉਹ ਸੈੱਟ ਨਹੀਂ ਕਰ ਸਕ ਰਹੀ ਵੀ ਸਾਡੀ ਫਸਟ ਪ੍ਰਾਇਓਰਟੀ ਕੀ ਹੈ। ਕੀ ਅਸੀਂ ਲੋਕਾਂ ਨੂੰ ਪਹਿਲਾਂ ਮਹਾਮਾਰੀ ਤੋਂ ਬਚਾਉਣਾ ਹੈ, ਕੀ ਅਸੀਂ ਸ਼ਰਾਬ ਪਿਆਉਣੀ ਹੈ, ਕੀ ਅਸੀਂ ਕੀ ਕਰਨਾ ਚਾਹੁੰਦੇ ਹਾਂ, ਉਹ ਹਜੇ ਆਪਦਾ ਡਿਸਾਈਡ ਹੀ ਨਹੀਂ ਕਰ ਸਕੇ ਮੇਰੇ ਹਿਸਾਬ ਨਾਲ।
ਮੇਰੇ ਸੈਕਿੰਡ ਲਾਸਟ ਸਵਾਲ ਮੇਰਾ, ਆਉਣ ਵਾਲੇ ਸਮੇਂ 'ਚ ਅਸੀਂ ਦੇਖ ਸਕਦੇ ਹਾਂ ਕਿ ਤੁਹਾਡੀ ਪਾਰਟੀ ਬੀਜੇਪੀ ਦੇ ਨਾਲ ਗੱਠਜੋੜ ਕਰੇ, ਕਿਉਂਕਿ ਕਿਆਸਰਾਈਆਂ ਬਹੁਤ ਜ਼ਿਆਦਾ ਨੇ। ਦੇਖੋ ਬੀਜੇਪੀ ਤਾਂ ਅੱਜ ਦੀ ਡੇਟ 'ਚ ਤਾਂ ਅਕਾਲੀ ਦਲ ਨਾਲ ਹੈ, ਸੋ ਜਿੰਨਾ ਚਿਰ ਉਹ ਅਕਾਲੀ ਦਲ ਨਾਲ ਨੇ ਉਹਨਾਂ ਚਿਰ ਤਾਂ ਕੋਈ ਮੈਂ ਸਮਝਦਾ ਸਾਡਾ ਉਸ ਅਕਾਲੀ ਦਲ ਨਾਲੋਂ ਇਸ ਅਕਾਲੀ ਦਲ ਨਾਲ ਆ ਸਕਦੀ ਹੈ ਬੀਜੇਪੀ? ਦੇਖੋ ਹਜੇ ਤਾਂ ਕੋਈ ਲੱਗਦਾ ਨਹੀਂ ਜਾਂ ਦਿਖਦਾ ਨਹੀਂ, ਪਰ ਗੱਲ ਇਹ ਵੀ ਸਾਨੂੰ ਕੋਈ ਬੀਜੇਪੀ ਨਾਲ ਨਹੀਂ, ਪਰ ਮੈਂ ਇਹ ਸਮਝਦਾ ਵੀ ਜਿਹੜੇ ਪੰਜਾਬ ਦੇ ਮੁੱਦੇ ਨੇ ਸਾਨੂੰ ਕੋਈ ਬੀਜੇਪੀ ਤੋਂ, ਜੇ ਬੀਜੇਪੀ ਸਾਡੀਆਂ ਪੰਜਾਬ ਪ੍ਰਤੀ ਜੋ ਸਾਡੀਆਂ ਡਿਮਾਂਡਸ ਨੇ, ਚਾਹੇ ਕਿਸਾਨਾਂ ਦੀਆਂ ਨੇ ਚਾਹੇ ਹੋਰ ਪੰਜਾਬ ਦੇ ਮਸਲੇ ਨੇ, ਜੇ ਉਹ ਸਾਡੀਆਂ ਉਹਨਾਂ 'ਤੇ ਸਾਡੇ ਨਾਲ ਸਹਿਮਤ ਹੁੰਦੀ ਹੈ ਤਾਂ ਸਾਨੂੰ ਤਾਂ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਪਰ ਜੇ ਸਾਡੇ ਉਹਨਾਂ 'ਚ ਡਿਫਰੈਂਸਿਸ ਰਹਿੰਦੇ ਨੇ, ਸਾਡੀ ਜਿਹੜੀ ਆਈਡੀਓਲੋਜੀ ਹੈ ਜੇ ਉਹ 'ਤੇ ਸਹਿਮਤੀ ਨਹੀਂ ਬਣਦੀ ਉਹਨਾਂ ਦੀ, ਤਾਂ ਫਿਰ ਮੈਂ ਸਮਝਦਾ ਸਮਝੌਤੇ 'ਤੇ ਕੋਈ ਮਤਲਬ ਨਹੀਂ ਬਣਦਾ। ਮੇਰਾ ਆਖਰੀ ਸਵਾਲ, ਕੀ ਬ੍ਰਹਮਪੁਰਾ ਸਾਹਿਬ ਨਾਲ ਮੁਲਾਕਾਤ ਕਰਕੇ ਇਹ ਪੁੱਛਿਆ ਜਾਵੇਗਾ ਵੀ ਤੁਹਾਨੂੰ ਇਹ ਗੱਲ ਕਿਸ ਨੇ ਪਾਈ ਜਾਂ ਕੀ ਗਿਲਾ ਸ਼ਿਕਵਾ ਹੈਗਾ, ਤੁਸੀਂ ਆਏ ਕਿਉਂ ਨਹੀਂ, ਜਾਂ ਨਾਰਾਜ਼ਗੀ ਕੋਈ ਹੈਗੀ ਹੈ? ਮੈਂ ਸਮਝਦਾ ਜ਼ਰੂਰ ਅਸੀਂ ਉਹਨਾਂ ਤੱਕ ਪਹੁੰਚ ਕਰਾਂਗੇ ਤੇ ਇਹ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਇਕੱਠੇ ਹੋਣ, ਇੱਕ ਪਲੇਟਫਾਰਮ 'ਤੇ ਇਕੱਠੇ ਹੋਣ, ਸਾਡੀ ਕੋਸ਼ਿਸ਼ ਜਾਰੀ ਰਹੇਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਇਹਨੇ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੇ ਕਿਹਾ ਕਿ ਕੋਸ਼ਿਸ਼ ਕਰਾਂਗੇ ਤੇ ਮੁਲਾਕਾਤ ਵੀ ਕੀਤੀ ਜਾਵੇਗੀ ਬ੍ਰਹਮਪੁਰਾ ਸਾਹਿਬ ਦੇ ਨਾਲ, ਕਿ ਆਖਰ ਜੇ ਕੋਈ ਨਾਰਾਜ਼ਗੀ ਹੈ, ਕੋਈ ਸਵਾਲ ਹੈ, ਉਸ ਦਾ ਜਵਾਬ ਦਿੱਤਾ ਜਾਵੇ ਤੇ ਨਾਰਾਜ਼ਗੀ ਦੂਰ ਕੀਤੀ ਜਾਵੇ, ਸਾਰੇ ਇਕੱਠੇ ਹੋ ਕੇ ਪੰਜਾਬ ਦੇ ਲਈ ਇੱਕ ਤੀਜਾ ਪੰਥਕ ਧਿਰ ਬਣਾਉਣ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।